Dear students, a very good morning to all. Today we are going to read lesson 6, that is The Peacock and the Crow. ਮੋਰ ਅਤੇ ਕਾਂ। ਸੋ ਪ੍ਰੀ ਰੀਡਿੰਗ ਦੇ ਵਿੱਚ ਆਪਾਂ ਵਰਡਸ ਕਰਦੇ ਹਾਂ, ਉਹਨਾਂ ਦੇ ਮੀਨਿੰਗ ਕਰਦੇ ਹਾਂ ਤੇ ਪ੍ਰੋਨਾਂਸੀਏਸ਼ਨ ਕਰਦੇ ਹਾਂ। ਸੋ ਬੱਚਿਓ ਇੱਕ ਨੋਟਬੁੱਕ ਲਓ ਔਰ ਪੈਨ ਲਓ, ਨਾਲ ਨਾਲ ਤੁਹਾਡੇ वर्ड्स लिखो। पहला वर्ड है feathers। feathers मतलब खंभ या पंख। perching में बैठा होया। collected में इकट्ठा कीता। reflection प्रतिबिंब या परछाई। ignoring नज़रअंदाज करना। humiliated बेइज्जत कीता या अपमानित कीता। accepted में स्वीकार कीता। realized मतलब महसूस किया। apologized में माफ़ी मंगी। Now let us read the story. Once there lived a crow who did not like his black feathers. ਇੱਕ ਵਾਰ ਇੱਕ ਕਾਂ ਸੀ ਜੋ ਆਪਣੇ ਕਾਲੇ ਖੰਭਾਂ ਨੂੰ ਪਸੰਦ ਨਹੀਂ ਕਰਦਾ ਸੀ। He wanted to be like a peacock because the colorful feathers of the peacock looked very beautiful. ਉਹ ਮੋਰ ਵਾਂਗ ਬਣਨਾ ਚਾਹੁੰਦਾ ਸੀ ਕਿਉਂਕਿ ਮੋਰ ਦੇ ਰੰਗਦਾਰ ਪੰਖ ਉਸਨੂੰ ਬਹੁਤ ਖੂਬਸੂਰਤ ਲੱਗਦੇ ਸੀ, ਸੁੰਦਰ ਲੱਗਦੇ ਸੀ। You look so dull and plain. Look how beautiful the peacocks are. ਤੂੰ ਕਿੰਨਾ ਭੱਦਾ ਅਤੇ ਸਾਦਾ ਦਿਸਦਾ ਹੈ ਤੇ ਮੋਰ ਕਿੰਨੇ ਸੋਹਣੇ ਦਿਖਦੇ ਹਨ। I wish I were a peacock. ਕਾਸ਼ ਮੈਂ ਵੀ ਮੋਰ ਹੁੰਦਾ। He would say to other crows. ਉਹ ਦੂਜੇ ਕਾਵਾਂ ਨੂੰ ਕਹਿੰਦਾ। One day, perching on his tree, the crow saw many peacock feathers on the ground. ਇੱਕ ਦਿਨ ਜਦੋਂ ਉਹ ਦਰਖਤ 'ਤੇ ਬੈਠਾ ਹੋਇਆ ਸੀ, ਕਾਂ ਨੇ ਮੋਰ ਦੇ ਖੰਭ ਧਰਤੀ ਉੱਤੇ ਡਿੱਗੇ ਹੋਏ ਦੇਖੇ। The feathers looked very beautiful. ਪੰਖ ਬਹੁਤ ਸੋਹਣੇ ਦਿਖਦੇ ਸਨ। Seeing those peacock feathers, he got an idea. ਉਹਨਾਂ ਮੋਰ ਦੇ ਪੰਖਾਂ ਨੂੰ ਦੇਖ ਕੇ ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ। He collected all the feathers and stuck them into his wings and the tail. ਉਸਨੇ ਉਹ ਸਾਰੇ ਖੰਭ ਇਕੱਠੇ ਕੀਤੇ ਅਤੇ ਆਪਣੇ ਪੂੰਛ ਅਤੇ ਖੰਭਾਂ ਵਿੱਚ ਜੋੜ ਲਏ। He also put a few on his head to look like a peacock. ਉਸਨੇ ਕੁਝ ਪੰਖ ਜਾਂ ਖੰਭ ਆਪਣੇ ਸਿਰ ਉੱਤੇ ਲਾ ਲਏ ਤਾਂ ਕਿ ਉਹ ਮੋਰ ਵਾਂਗ ਦਿਖ ਸਕੇ। He flew to a river to see his reflection. ਬੱਚਿਓ ਜਦੋਂ ਤੁਸੀਂ ਤਿਆਰ ਹੁੰਦੇ ਹੋ ਤਾਂ ਤੁਸੀਂ ਸ਼ੀਸ਼ੇ ਵਿੱਚ ਵੇਖਦੇ ਹੋ ਕਿ ਕਿਸ ਤਰ੍ਹਾਂ ਲੱਗਦੇ ਆ। ਇਸ ਤਰ੍ਹਾਂ ਹੀ ਜਿਹੜਾ ਕਾਂ ਹੈ ਉਹ ਤਿਆਰ ਹੋ ਕੇ ਨਦੀ 'ਤੇ ਗਿਆ ਤਾਂ ਕਿ ਦੇਖ ਸਕੇ ਕਿ ਉਹ ਕਿਹੋ ਜਿਹਾ ਲੱਗਦਾ ਹੈ। Wow, now I look as beautiful as peacock, he said happily. ਉਸਨੇ ਖੁਸ਼ ਹੁੰਦੇ ਕਿਹਾ ਕਿ ਵਾਹ ਮੈਂ ਕਿੰਨਾ ਸੋਹਣਾ ਲੱਗਦਾ ਹਾਂ ਜਿਵੇਂ ਕਿ ਇੱਕ ਮੋਰ। He felt so proud that he started ignoring his friends. ਉਹ ਇੰਨਾ ਘਮੰਡੀ ਹੋ ਗਿਆ ਸੀ ਕਿ ਉਸਨੇ ਆਪਣੇ ਦੋਸਤਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। He told them, look at my beautiful feathers. ਉਹ ਉਹਨਾਂ ਨੂੰ ਦੱਸਦਾ, ਦੇਖੋ ਮੇਰੇ ਸੋਹਣੇ ਖੰਭਾਂ ਵੱਲ ਦੇਖੋ। I don't belong to you anymore. ਮੈਂ ਤੁਹਾਡੇ ਵਿੱਚੋਂ ਹੁਣ ਨਹੀਂ ਹਾਂ। So stay away from me. So ਇਸ ਲਈ ਮੇਰੇ ਤੋਂ ਤੁਸੀਂ ਦੂਰ ਰਹੋ। ਸੋ ਬੇਟਾ ਹੁਣ ਇਸ ਪਿਕਚਰ ਵਿੱਚ ਦੇਖੋ ਉਹ ਆਪਣੇ ਦੋਸਤਾਂ ਨਾਲ ਕਿਵੇਂ ਪ੍ਰਾਊਡਲੀ ਗੱਲ ਕਰ ਰਿਹਾ ਹੈ ਤੇ ਉਹਨਾਂ ਦੇ ਦੋਸਤਾਂ ਦੀ ਇਨਸਲਟ ਕਰ ਰਿਹਾ ਹੈ। ਨੈਕਸਟ ਇਜ਼ Now I am also as beautiful as a peacock, he said to himself. ਉਸਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਵੀ ਇੱਕ ਮੋਰ ਵਾਂਗ ਸੁੰਦਰ ਬਣ ਗਿਆ। He thought that now he should live among the peacocks.
ਉਸਨੇ ਸੋਚਿਆ ਕਿ ਹੁਣ ਉਸ ਨੂੰ ਮੋਰਾਂ ਦੇ ਵਿੱਚ ਰਚਾ ਕੇ ਰਹਿਣਾ ਚਾਹੀਦਾ ਹੈ। ਸੋ ਹੀ ਵੈਂਟ ਟੂ ਜੁਆਇਨ ਦਾ ਪ੍ਰਾਈਡ ਆਫ ਪੀਕੌਕ। ਬਟ ਪ੍ਰਾਈਡ ਕੀ ਹੁੰਦਾ? ਪ੍ਰਾਈਡ ਹੁੰਦਾ ਝੁੰਡ, ਮੋਰਾਂ ਦਾ ਝੁੰਡ। ਹੁਣ ਉਹ ਮੋਰਾਂ ਦੇ ਝੁੰਡ ਵਿੱਚ ਚਲਾ ਗਿਆ। ਬਟ ਪੀਕੌਕਸ ਲਾਫਡ ਐਟ ਹਿਮ, ਪਰ ਮੋਰ ਉਸ ਪਰ ਹੱਸੇ। ਦੇ ਡਿਡ ਨੋਟ ਐਕਸੈਪਟ ਹਿਮ, ਉਹਨਾਂ ਨੇ ਉਸਨੂੰ ਸਵੀਕਾਰ ਨਹੀਂ ਕੀਤਾ। The peacocks knew that he was not among them. ਮੋਰਾਂ ਨੂੰ ਇਹ ਪਤਾ ਸੀ ਕਿ ਉਹ ਉਹਨਾਂ ਵਿੱਚੋਂ ਨਹੀਂ ਹੈ। He was a crow. ਉਹ ਇੱਕ ਕਾਂ ਸੀ। Peacock feathers will not make you a peacock, they said to him. ਉਹਨਾਂ ਨੇ ਉਸਨੂੰ ਕਿਹਾ ਕਿ ਮੋਰ ਦੇ ਪੰਖ ਤੈਨੂੰ ਮੋਰ ਨਹੀਂ ਬਣਾ ਸਕਦੇ। Sad and feeling insulted, he thought that his crow friends would be happy to see his new feathers. ਉਦਾਸ ਅਤੇ ਬੇਇੱਜ਼ਤ ਹੋਇਆ, ਉਸ ਨੇ ਸੋਚਿਆ ਕਿ ਉਸ ਦੇ ਕਾਂ ਮਿੱਤਰ ਉਸ ਦੇ ਨਵੇਂ ਖੰਭ ਦੇਖ ਕੇ ਖੁਸ਼ ਹੋਣਗੇ। He returned to his fellows crow. ਉਹ ਆਪਣੇ ਕਾਂ ਮਿੱਤਰ ਕੋਲ ਵਾਪਸ ਚਲਾ ਗਿਆ। None of his fellows crow accepted. ਉਸ ਦੇ ਕਿਸੇ ਵੀ ਦੋਸਤ ਨੇ ਜਾਂ ਮਿੱਤਰ ਕਾਂ ਨੇ ਉਸ ਨੂੰ ਐਕਸੈਪਟ ਨਹੀਂ ਕੀਤਾ, ਸਵੀਕਾਰ ਨਹੀਂ ਕੀਤਾ। They did not want him back. ਉਹ ਉਸ ਨੂੰ ਦੁਬਾਰਾ ਵਾਪਸ ਨਹੀਂ ਚਾਹੁੰਦੇ ਸਨ, because he had insulted them earlier. ਉਸ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਸੀ। They also knew that he had been insulted by the peacocks. ਉਹ ਇਹ ਵੀ ਜਾਣਦੇ ਸੀ ਕਿ ਉਹ ਮੋਰਾਂ ਵੱਲੋਂ ਵੀ ਬੇਇੱਜ਼ਤ ਕੀਤਾ ਗਿਆ ਹੈ। They also started laughing at him. ਫਿਰ ਉਹਨਾਂ ਨੇ ਵੀ ਉਸ 'ਤੇ ਹੱਸਣਾ ਸ਼ੁਰੂ ਕਰ ਦਿੱਤਾ। They looked at his feathers and laughed at his face. ਉਹਨਾਂ ਨੇ ਉਸ ਦੇ ਖੰਭਾਂ ਵੱਲ ਵੇਖਿਆ ਅਤੇ ਉਸ ਦੇ ਮੂੰਹ 'ਤੇ ਹੱਸਣ ਲੱਗੇ। ਉਸ ਦੇ ਕਾਂ ਮਿੱਤਰ ਵੀ ਉਸ 'ਤੇ ਇਸ ਲਈ ਹੱਸਣ ਲੱਗੇ ਕਿਉਂਕਿ ਉਹ ਜਾਣਦੇ ਸੀ ਕਿ ਜਿਨ੍ਹਾਂ ਮੋਰਾਂ ਕਾਰਨ ਉਹ ਉਹਨਾਂ ਨੂੰ ਛੱਡ ਕੇ ਗਿਆ ਸੀ, ਉਹਨਾਂ ਦੀ ਬੇਇੱਜ਼ਤੀ ਕੀਤੀ ਸੀ, ਉਹਨਾਂ ਮੋਰਾਂ ਨੇ ਵੀ ਉਸ ਨੂੰ ਸਵੀਕਾਰ ਨਹੀਂ ਕੀਤਾ। ਨੈਕਸਟ ਸਟੈਂਜਾ ਇਜ਼ Then an old wise crow came and told him. ਫਿਰ ਇੱਕ ਬਜ਼ੁਰਗ ਬੁੱਧੀਮਾਨ ਕਾਂ ਆਇਆ ਅਤੇ ਉਸ ਨੇ ਦੱਸਿਆ, We should accept ourselves the way we are. ਸਾਨੂੰ ਆਪਣੇ ਆਪ ਨੂੰ ਅਪਣਾ ਲੈਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਹਾਂ। Don't try to copy others blindly. ਕਿਸੇ ਦੀ ਅੰਨ੍ਹੇਵਾਹ ਨਕਲ ਨਹੀਂ ਕਰਨੀ ਚਾਹੀਦੀ। Peacock feathers are good for peacocks only. ਮੋਰਾਂ ਦੇ ਖੰਭ ਸਿਰਫ ਮੋਰਾਂ ਵਾਸਤੇ ਹੀ ਚੰਗੇ ਹਨ। For crows, the peacock feathers are heavy. You will not be able to fly properly with these stuck on your body. ਕਾਵਾਂ ਵਾਸਤੇ ਮੋਰ ਦੇ ਖੰਭ ਬਹੁਤ ਹੀ ਭਾਰੀ ਹੁੰਦੇ ਹਨ। ਜੇ ਤੂੰ ਇਸ ਨੂੰ ਆਪਣੇ ਸਰੀਰ 'ਤੇ ਲਾ ਲਏਗਾ ਤਾਂ ਤੂੰ ਉੱਡਣ ਦੇ ਕਾਬਿਲ ਨਹੀਂ ਹੋ ਸਕੇਗਾ। I hope you have learned your lesson. ਮੈਂ ਆਸ਼ਾ ਕਰਦਾ ਹਾਂ ਕਿ ਤੂੰ ਆਪਣਾ ਸਬਕ ਸਿੱਖ ਲਿਆ ਹੋਵੇਗਾ। The crow realized his mistake. ਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। Though he thought that he was looking handsome. ਜਦ ਕਿ ਉਸਨੇ ਸੋਚਿਆ ਕਿ ਉਹ ਬਹੁਤ ਸੋਹਣਾ ਲੱਗ ਰਿਹਾ ਸੀ, ਹੈਂਡਸਮ ਲੱਗ ਰਿਹਾ ਸੀ। He found it difficult to fly properly. ਉਸਨੇ ਇਹ ਦੇਖਿਆ ਕਿ ਉਸ ਨੂੰ ਚੰਗੀ ਤਰ੍ਹਾਂ ਉਡਣ ਵਿੱਚ ਮੁਸ਼ਕਲ ਆਵੇਗੀ। He tore off the entire peacock feathers that were stuck to his feathers. ਉਸਨੇ ਉਹ ਸਾਰੇ ਮੋਰ ਦੇ ਪੰਖ ਉਖਾੜ ਦਿੱਤੇ ਜੋ ਕਿ ਉਸ ਦੇ ਖੰਭਾਂ ਵਿੱਚ ਲੱਗੇ ਹੋਏ ਸੀ। He accepted his plain self. ਉਸਨੇ ਆਪਣਾ ਉਹ ਸਾਦਾ ਰੂਪ ਸਵੀਕਾਰ ਕਰ ਲਿਆ। Then he went to his friends and apologized for insulting them. ਫਿਰ ਉਹ ਆਪਣੇ ਮਿੱਤਰਾਂ ਕੋਲ ਗਿਆ ਅਤੇ ਆਪਣੀ ਕੀਤੀ ਹੋਈ ਬੇਇੱਜ਼ਤੀ ਦੀ ਮਾਫੀ ਮੰਗੀ।
they accepted him and become friends again. ਉਹਨਾਂ ਨੇ ਉਸ ਨੂੰ ਸਵੀਕਾਰ ਕਰ ਲਿਆ ਅਤੇ ਦੁਬਾਰਾ ਮਿੱਤਰ ਬਣ ਗਏ। The crow was finally happy. ਕਾਂ ਹੁਣ ਬਹੁਤ ਖੁਸ਼ ਸੀ। ਬੇਟਾ ਇਸ ਸਟੋਰੀ ਤੋਂ ਸਾਨੂੰ ਕੀ ਮੈਸੇਜ ਮਿਲਦਾ ਹੈ? We should accept ourselves the way we are. Don't copy others blindly. ਵੀ ਜਿਵੇਂ ਅਸੀਂ ਹਾਂ ਸਾਨੂੰ ਉਵੇਂ ਹੀ ਸਵੀਕਾਰ ਕਰਨਾ ਚਾਹੀਦਾ ਹੈ, ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ, ਜਿਵੇਂ ਕਿ ਕਾਂ ਨੇ ਮੋਰ ਦੀ ਨਕਲ ਕੀਤੀ ਸੀ। ਹੋਪ ਤੁਸੀਂ ਇਸ ਸਟੋਰੀ ਨੂੰ ਇੰਜੋਏ ਕੀਤਾ ਹੋਣਾ। ਗੁੱਡ ਲੱਕ ਐਂਡ ਟੇਕ ਕੇਅਰ। ਬਾਏ।